ਅਧਿਆਇ 13। ਉਸੇ ਦਿਨ ਯਿਸੂ ਉਸ ਘਰੋਂ ਰਵਾਨਾ ਹੋ ਕੇ ਝੀਲ ਦੇ ਕਿਨਾਰੇ ਉੱਤੇ ਜਾ ਬੈਠਾ। ਇੱਕ ਵੱਡੀ ਭੀੜ ਇਕੱਠੀ ਹੋ ਗਈ, ਇਸ ਲਈ ਉਹ ਕਿਸ਼ਤੀ ਵਿੱਚ ਚੜ੍ਹ ਕੇ ਬੈਠ ਗਿਆ ਅਤੇ ਸਾਰੀ ਭੀੜ ਝੀਲ ਦੇ ਕੰਢੇ ਖੜੀ ਰਹੀ। ਉਸਨੇ ਉਹਨਾਂ ਨੂੰ ਤਮਸੀਲਾਂ ਵਿੱਚ ਬਹੁਤ ਸਾਰੀਆਂ ਗੱਲਾਂ ਦੱਸੀਆਂ। ਇਹ ਕਹਿੰਦੇ ਹੋਏ, ਇੱਕ ਬੀਜਣ ਵਾਲਾ ਬੀਜਣ ਲਈ ਬਾਹਰ ਗਿਆ। ਬੀਜ ਦੇ ਸਮੇਂ ਕੁਝ ਬੀਜ ਡੰਡੀ ਉੱਤੇ ਡਿੱਗ ਪਏ ਅਤੇ ਪੰਛੀਆਂ ਨੇ ਆ ਕੇ ਉਹਨਾਂ ਨੂੰ ਚੁਗ ਲਿਆ। ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗੇ, ਜਿੱਥੇ ਮਿੱਟੀ ਜ਼ਿਆਦਾ ਨਹੀਂ ਸੀ, ਅਤੇ ਉਹ ਛੇਤੀ ਹੀ ਉੱਗ ਪਏ ਕਿਉਂਕਿ ਉਹਨਾਂ ਦੇ ਲਈ ਮਿੱਟੀ ਡੂੰਘੀ ਨਹੀਂ ਸੀ। ਜਦੋਂ ਸੂਰਜ ਚੜ੍ਹਿਆ ਤਾਂ ਉਹ ਝੁਲਸ ਗਏ ਅਤੇ ਜੜ ਨਾ ਫੜਨ ਕਾਰਨ ਉਹ ਸੁੱਕ ਗਏ। ਕੁਝ ਬੀਜ ਕੰਢਿਆਂ ਵਿੱਚ ਡਿੱਗੇ ਅਤੇ ਕੰਢਿਆਂ ਨੇ ਵੱਡੇ ਹੋ ਕੇ ਉਹਨਾਂ ਨੂੰ ਦਬਾ ਲਿਆ। ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਦਾਣੇ ਪੈਦਾ ਕੀਤੇ, ਕੁਝ 100 ਗੁਣਾ, ਕੁਝ 60 ਗੁਣਾ ਅਤੇ ਕੁਝ 30 ਗੁਣਾ। ਜਿਸ ਦੇ ਕੰਨ ਸੁਣਦੇ ਹੋਣ ਉਹ ਸੁਣ ਲਵੇ। ਤਦ ਯਿਸੂ ਦੇ ਚੇਲੇ ਆਏ ਅਤੇ ਉਸ ਨੂੰ ਕਿਹਾ, ਤੁਸੀਂ ਲੋਕਾਂ ਨਾਲ ਤਮਸੀਲਾਂ ਵਿੱਚ ਕਿਉਂ ਗੱਲਾਂ ਕਰਦੇ ਹੋ? ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਤੁਹਾਨੂੰ ਸਵਰਗ ਰਾਜ ਦੇ ਭੇਤਾਂ ਨੂੰ ਜਾਣਨ ਦੀ ਬਖਸ਼ ਦਿੱਤੀ ਗਈ ਹੈ, ਪਰ ਉਹਨਾਂ ਨੂੰ ਇਹ ਨਹੀਂ ਦਿੱਤੀ ਗਈ ਹੈ। ਕਿਉਂਕਿ ਜਿਸ ਦੇ ਕੋਲ ਕੁਝ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤਾ ਹੋ ਜਾਵੇਗਾ, ਪਰ ਜਿਸ ਦੇ ਕੋਲ ਕੁਝ ਨਹੀਂ ਹੈ ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਥੋੜ੍ਹਾ ਉਸ ਕੋਲ ਹੈ। ਇਸ ਲਈ ਮੈਂ ਉਹਨਾਂ ਨਾਲ ਤਮਸੀਲਾਂ ਵਿੱਚ ਬੋਲਦਾ ਹਾਂ, ਕਿਉਂਕਿ ਉਹ ਦੇਖਦੇ ਹੋਏ ਵੀ ਨਹੀਂ ਦੇਖਦੇ ਅਤੇ ਸੁਣਦੇ ਹੋਏ ਵੀ ਉਹ ਨਹੀਂ ਸੁਣਦੇ ਅਤੇ ਨਾ ਹੀ ਉਹ ਸਮਝਦੇ ਹਨ। ਯਸ਼ਾਇਆ ਦਾ ਅਕੀਦ ਵਾਕ ਉਹਨਾਂ 'ਤੇ ਵਾਕਈ ਪੂਰਾ ਉਤਰਦਾ ਹੈ, ਜੋ ਕਹਿੰਦਾ ਹੈ, ਤੁਸੀਂ ਸੁਣੋਗੇ ਜ਼ਰੂਰ ਪਰ ਸਮਝੋਗੇ ਨਹੀਂ, ਤੁਸੀਂ ਦੇਖੋਗੇ ਜ਼ਰੂਰ ਪਰ ਗੌਰ ਨਹੀਂ ਕਰੋਗੇ। ਕਿਉਂਕਿ ਇਹਨਾਂ ਲੋਕਾਂ ਦਾ ਮਨ ਮੰਦਾ ਪੈ ਗਿਆ ਹੈ ਅਤੇ ਉਹਨਾਂ ਦੇ ਕੰਨ ਉੱਚਾ ਸੁਣਦੇ ਹਨ ਅਤੇ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਕਿਤੇ ਇਹ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਦੇਖਣ, ਆਪਣੇ ਕੰਨਾਂ ਨਾਲ ਸੁਣਨ, ਆਪਣੇ ਦਿਲਾਂ ਨਾਲ ਸਮਝਣ ਅਤੇ ਮੇਰੇ ਕੋਲ ਮੁੜ ਆਉਣ, ਭਈ ਮੈਂ ਉਹਨਾਂ ਨੂੰ ਚੰਗਾ ਕਰਾਂ। ਪਰ ਧੰਨ ਹਨ ਤੁਹਾਡੀਆਂ ਅੱਖਾਂ, ਕਿਉਂਕਿ ਉਹ ਦੇਖਦੀਆਂ ਹਨ, ਅਤੇ ਧੰਨ ਹਨ ਤੁਹਾਡੇ ਕੰਨ, ਕਿਉਂਕਿ ਉਹ ਸੁਣਦੇ ਹਨ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੋ ਤੁਸੀਂ ਦੇਖ ਰਹੇ ਹੋ, ਬਹੁਤ ਸਾਰੇ ਨਬੀ ਅਤੇ ਧਰਮੀ ਲੋਕ ਉਹ ਦੇਖਣਾ ਚਾਹੁੰਦੇ ਸਨ, ਪਰ ਉਹਨਾਂ ਨਾ ਵੇਖਿਆ, ਅਤੇ ਜੋ ਤੁਸੀਂ ਸੁਣ ਰਹੇ ਹੋ ਉਹ ਸੁਣਨਾ ਚਾਹੁੰਦੇ ਸਨ, ਪਰ ਉਹਨਾਂ ਨਾ ਸੁਣ। ਹੁਣ ਤੁਸੀਂ ਬੀਜਣ ਵਾਲੇ ਦੀ ਤਮਸੀਲ ਸੁਣੋ। ਹਰ ਕੋਈ ਜੋ ਬਾਦਸ਼ਾਹੀ ਦਾ ਵਚਨ ਸੁਣਦਾ ਹੈ ਅਤੇ ਸਮਝਦਾ ਨਹੀਂ, ਤਾਂ ਸ਼ੈਤਾਨ ਆਉਂਦਾ ਹੈ ਅਤੇ ਜੋ ਬੀਜ ਉਸ ਦੇ ਮਨ ਵਿੱਚ ਬੀਜਿਆ ਗਿਆ ਹੈ ਉਸ ਨੂੰ ਚੁਰਾ ਲੈਂਦਾ ਹੈ। ਇਹ ਉਹ ਹੈ ਜੋ ਡੰਡੀ ਉੱਤੇ ਬੀਜਿਆ ਗਿਆ ਸੀ। ਜੋ ਪਥਰੀਲੀ ਜ਼ਮੀਨ ਵਿੱਚ ਬੀਜਿਆ ਗਿਆ ਸੀ, ਇਹ ਉਹ ਹੈ ਜੋ ਵਚਨ ਸੁਣਦਾ ਹੈ ਅਤੇ ਛੇਤੀ ਹੀ ਉਸ ਨੂੰ ਖੁਸ਼ੀ ਨਾਲ ਕਬੂਲ ਕਰਦਾ ਹੈ। ਪਰ ਭਾਵੇਂ ਉਸ ਇਨਸਾਨ ਦੀ ਜੜ ਨਹੀਂ ਹੁੰਦੀ, ਫਿਰ ਵੀ ਉਹ ਕੁਝ ਸਮੇਂ ਲਈ ਕਾਇਮ ਰਹਿੰਦਾ ਹੈ। ਪਰ ਜਦੋਂ ਵਚਨ ਦੇ ਕਾਰਨ ਦੁੱਖ ਜਾਂ ਅਤਿਆਚਾਰ ਆਉਂਦੇ ਹਨ ਤਾਂ ਉਹ ਛੇਤੀ ਹੀ ਤਿੜਕ ਜਾਂਦਾ ਹੈ। ਜੋ ਕੰਢਿਆਂ ਵਿੱਚ ਬੀਜਿਆ ਗਿਆ ਸੀ, ਇਹ ਉਹ ਹੈ ਜੋ ਵਚਨ ਸੁਣਦਾ ਹੈ, ਪਰ ਸੰਸਾਰ ਦੀਆਂ ਚਿੰਤਾਵਾਂ ਅਤੇ ਧਨ ਦੌਲਤ ਦਾ ਮੋਹ ਵਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਕੋਈ ਫਲ ਪੈਦਾ ਨਹੀਂ ਕਰਦਾ ਹੈ। ਪਰ ਜੋ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੀ, ਉਹ ਹੈ ਜੋ ਵਚਨ ਸੁਣਦਾ ਹੈ ਅਤੇ ਉਸ ਨੂੰ ਸਮਝਦਾ ਹੈ। ਉਹ ਜ਼ਰੂਰ ਫਲ ਲਿਆਉਂਦਾ ਹੈ, ਕੋਈ 100 ਗੁਣਾ, ਕੋਈ 60 ਗੁਣਾ ਅਤੇ ਕੋਈ 30 ਗੁਣਾ। ਉਸਨੇ ਉਹਨਾਂ ਦੇ ਸਾਹਮਣੇ ਇੱਕ ਹੋਰ ਤਮਸੀਲ ਇਹ ਕਹਿੰਦੇ ਹੋਏ ਪੇਸ਼ ਕੀਤੀ, ਸਵਰਗ ਰਾਜ ਦੀ ਤੁਲਨਾ ਉਸ ਆਦਮੀ ਦੇ ਨਾਲ ਕੀਤੀ ਜਾ ਸਕਦੀ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ ਸੀ। ਪਰ ਜਦੋਂ ਲੋਕ ਸੋ ਰਹੇ ਸਨ ਤਾਂ ਉਸ ਦਾ ਦੁਸ਼ਮਣ ਆਇਆ ਅਤੇ ਕਣਕ ਵਿੱਚ ਨਦੀਨ ਬੀਜ ਕੇ ਚਲਾ ਗਿਆ। ਇਸ ਤਰ੍ਹਾਂ ਜਦੋਂ ਬੂਟੇ ਵੱਧ ਗਏ ਅਤੇ ਉਹਨਾਂ ਵਿੱਚ ਦਾਣੇ ਪੈ ਗਏ, ਤਦ ਨਦੀਨ ਦੇ ਬੂਟੇ ਵੀ ਨਜ਼ਰ ਆਏ। ਮਾਲਕ ਦੇ ਨੌਕਰਾਂ ਨੇ ਆ ਕੇ ਉਸ ਨੂੰ ਪੁੱਛਿਆ, ਮਾਲਕ, ਕੀ ਤੁਸਾਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ? ਫਿਰ ਨਦੀਨ ਦੇ ਬੂਟੇ ਕਿੱਥੋਂ ਆ ਗਏ ਹਨ? ਉੱਤਰ ਵਿੱਚ ਉਸਨੇ ਉਹਨਾਂ ਨੂੰ ਕਿਹਾ,
ਇਹ ਕਿਸੇ ਦੁਸ਼ਮਣ ਦਾ ਕੰਮ ਹੈ। ਨੌਕਰਾਂ ਨੇ ਉਸ ਨੂੰ ਕਿਹਾ, ਫਿਰ ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਨਦੀਨ ਕੱਢ ਦਈਏ? ਪਰ ਉਸਨੇ ਕਿਹਾ, ਨਹੀਂ, ਕਿਤੇ ਇਹ ਨਾ ਹੋਵੇ ਕਿ ਨਦੀਨ ਕੱਢਦੇ ਕੱਢਦੇ ਤੁਸੀਂ ਨਾਲ ਹੀ ਕਣਕ ਨੂੰ ਵੀ ਪੁੱਟ ਦਿਓ। ਵਾਢੀ ਤੱਕ ਦੋਹਾਂ ਨੂੰ ਹੀ ਨਾਲ ਨਾਲ ਵਧਣ ਦਿਓ। ਵਾਢੀ ਵੇਲੇ ਮੈਂ ਵਾਢੀ ਕਰਨ ਵਾਲਿਆਂ ਨੂੰ ਕਹਿ ਦਿਆਂਗਾ, ਪਹਿਲਾਂ ਨਦੀਨ ਨੂੰ ਇਕੱਠਾ ਕਰੋ ਅਤੇ ਉਹਨਾਂ ਦੀਆਂ ਬਾਲਣ ਲਈ ਭਰੀਆਂ ਬੰਨ੍ਹ ਲਓ, ਪਰ ਕਣਕ ਨੂੰ ਮੇਰੇ ਗੁਦਾਮਾਂ ਵਿੱਚ ਇਕੱਠਾ ਕਰੋ। ਉਸਨੇ ਉਹਨਾਂ ਦੇ ਸਾਹਮਣੇ ਇੱਕ ਹੋਰ ਤਮਸੀਲ ਇਹ ਕਹਿੰਦੇ ਹੋਏ ਪੇਸ਼ ਕੀਤੀ, ਸਵਰਗਰਾਜ ਰਾਈ ਦੀ ਬੀ ਵਾਂਗ ਹੈ, ਜਿਸ ਨੂੰ ਕਿਸੇ ਆਦਮੀ ਨੇ ਆਪਣੇ ਖੇਤ ਵਿੱਚ ਬੀਜ ਦਿੱਤਾ। ਇਹ ਸਾਰੇ ਬੀਜਾਂ ਨਾਲੋਂ ਛੋਟਾ ਹੈ, ਪਰ ਜਦੋਂ ਇਹ ਵੱਧ ਜਾਂਦਾ ਹੈ ਤਾਂ ਇਹ ਸਭ ਝਾੜੀਆਂ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਇੱਕ ਰੁੱਖ ਬਣ ਜਾਂਦਾ ਹੈ, ਇੱਥੋਂ ਤੱਕ ਕਿ ਆਕਾਸ਼ ਦੇ ਪੰਛੀ ਆ ਕੇ ਉਸ ਦੀਆਂ ਟਹਿਣੀਆਂ ਉੱਤੇ ਆਲ੍ਹਣੇ ਪਾਉਂਦੇ ਹਨ। ਉਸਨੇ ਉਹਨਾਂ ਨੂੰ ਇੱਕ ਹੋਰ ਤਮਸੀਲ ਸੁਣਾਈ, ਸਵਰਗਰਾਜ ਉਸ ਖਮੀਰ ਵਾਂਗ ਹੈ, ਜਿਸ ਨੂੰ ਕਿਸੇ ਔਰਤ ਨੇ ਲੈ ਕੇ 3 ਮਾਪ ਆਟੇ ਵਿੱਚ ਰਲਾ ਦਿੱਤਾ ਅਤੇ ਵੇਖੋ ਸਾਰਾ ਆਟਾ ਖਮੀਰਾ ਹੋ ਗਿਆ। ਇਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਤਮਸੀਲਾਂ ਵਿੱਚ ਹੀ ਦੱਸੀਆਂ। ਅਸਲ ਵਿੱਚ ਬਿਨਾਂ ਤਮਸੀਲਾਂ ਦੇ ਉਹ ਉਹਨਾਂ ਨੂੰ ਕੁਝ ਵੀ ਨਹੀਂ ਸੀ ਦੱਸਦਾ। ਇਹ ਇਸ ਲਈ ਹੋਇਆ ਕਿ ਨਬੀ ਯਸ਼ਾਇਆ ਦੇ ਰਾਹੀਂ ਜੋ ਕਿਹਾ ਗਿਆ ਸੀ ਉਹ ਪੂਰਾ ਹੋਵੇ। ਮੈਂ ਤਮਸੀਲਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ, ਜੋ ਸੰਸਾਰ ਦੇ ਆਰੰਭ ਤੋਂ ਗੁਪਤ ਰੱਖਿਆ ਸੀ, ਉਸ ਦਾ ਮੈਂ ਐਲਾਨ ਕਰਾਂਗਾ। ਫਿਰ ਉਹ ਭੀੜ ਨੂੰ ਛੱਡ ਕੇ ਕਿਸੇ ਘਰ ਵਿੱਚ ਗਿਆ। ਉਸ ਦੇ ਚੇਲੇ ਉਸ ਕੋਲ ਆਏ ਅਤੇ ਕਹਿਣ ਲੱਗੇ, ਸਾਨੂੰ ਖੇਤ ਵਿੱਚ ਨਦੀਨ ਦੀ ਤਮਸੀਲ ਸਮਝਾਓ। ਉਸਨੇ ਉੱਤਰ ਦਿੱਤਾ, ਚੰਗਾ ਬੀ ਬੀਜਣ ਵਾਲਾ ਮਨੁੱਖ ਦਾ ਪੁੱਤਰ ਹੈ। ਖੇਤ ਸੰਸਾਰ ਹੈ ਅਤੇ ਚੰਗੇ ਬੀਜਾਂ ਤੋਂ ਮੁਰਾਦ ਹੈ ਬਾਦਸ਼ਾਹੀ ਦੇ ਬੱਚੇ, ਅਤੇ ਨਦੀਨ ਹਨ ਦੁਸ਼ਟ ਆਤਮਾ ਦੀ ਸੰਤਾਨ, ਅਤੇ ਉਹਨਾਂ ਨੂੰ ਬੀਜਣ ਵਾਲਾ ਦੁਸ਼ਮਣ ਸ਼ੈਤਾਨ ਹੈ। ਵਾਢੀ ਯੁੱਗਾਂ ਦਾ ਅੰਤ ਹੈ ਅਤੇ ਵਾਢੀ ਕਰਨ ਵਾਲੇ ਫਰਿਸ਼ਤੇ ਹਨ। ਜਿਸ ਤਰ੍ਹਾਂ ਨਦੀਨ ਨੂੰ ਇਕੱਠਾ ਕਰਕੇ ਅੱਗ ਵਿੱਚ ਸਾੜਿਆ ਜਾਂਦਾ ਹੈ, ਉਸੇ ਤਰ੍ਹਾਂ ਯੁੱਗਾਂ ਦੇ ਅੰਤ ਵਿੱਚ ਹੋਵੇਗਾ। ਮਨੁੱਖ ਦਾ ਪੁੱਤਰ ਆਪਣੇ ਫਰਿਸ਼ਤਿਆਂ ਨੂੰ ਘੱਲੇਗਾ ਅਤੇ ਉਹ ਉਹਨਾਂ ਸਾਰਿਆਂ ਨੂੰ ਜਿਹੜੇ ਪਾਪ ਦਾ ਕਾਰਨ ਬਣਦੇ ਹਨ ਅਤੇ ਜੋ ਬੁਰੇ ਕੰਮ ਕਰਦੇ ਹਨ, ਉਸ ਦੇ ਰਾਜ ਵਿੱਚੋਂ ਇਕੱਠੇ ਕਰਨਗੇ ਅਤੇ ਉਹਨਾਂ ਨੂੰ ਅੱਗ ਦੀ ਮਗਦੀ ਭੱਠੀ ਵਿੱਚ ਸੁੱਟ ਦੇਣਗੇ। ਉੱਥੇ ਲੋਕ ਰੋਣਗੇ ਅਤੇ ਆਪਣੇ ਦੰਦ ਪੀਹਣਗੇ। ਤਦ ਧਰਮੀ ਆਪਣੇ ਬਾਪ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ। ਜਿਸ ਦੇ ਕੰਨ ਸੁਣਦੇ ਹੋਣ ਸੋ ਸੁਣ ਲਵੇ। ਸਵਰਗਰਾਜ ਖੇਤ ਵਿੱਚ ਲੁਕੇ ਖਜ਼ਾਨੇ ਵਾਂਗ ਹੈ, ਜੋ ਕਿਸੇ ਮਨੁੱਖ ਨੂੰ ਲੱਭ ਪੈਂਦਾ ਹੈ ਅਤੇ ਉਹ ਉਸ ਨੂੰ ਫਿਰ ਛੁਪਾ ਦਿੰਦਾ ਹੈ। ਫਿਰ ਉਹ ਖੁਸ਼ੀ-ਖੁਸ਼ੀ ਜਾਂਦਾ ਹੈ ਅਤੇ ਆਪਣਾ ਸਭ ਕੁਝ ਵੇਚ ਕੇ ਉਸ ਖੇਤ ਨੂੰ ਖਰੀਦ ਲੈਂਦਾ ਹੈ। ਫਿਰ ਸਵਰਗਰਾਜ ਉਸ ਵਪਾਰੀ ਵਾਂਗ ਹੈ ਜੋ ਵਧੀਆ ਮੋਤੀ ਦੀ ਪਾਲ ਵਿੱਚ ਨਿਕਲਦਾ ਹੈ। ਉਸ ਨੂੰ ਇੱਕ ਵਡਮੁੱਲਾ ਮੋਤੀ ਲੱਭ ਜਾਂਦਾ ਹੈ ਤਾਂ ਉਹ ਜਾਂਦਾ ਹੈ ਅਤੇ ਆਪਣਾ ਸਭ ਕੁਝ ਵੇਚ ਕੇ ਉਸ ਨੂੰ ਖਰੀਦ ਲੈਂਦਾ ਹੈ। ਫਿਰ ਸਵਰਗਰਾਜ ਸਮੁੰਦਰ ਵਿੱਚ ਲਾਏ ਗਏ ਜਾਲ ਵਾਂਗ ਹੈ, ਜੋ ਹਰ ਤਰ੍ਹਾਂ ਦੀਆਂ ਮੱਛੀਆਂ ਇਕੱਠੀਆਂ ਕਰ ਲੈਂਦਾ ਹੈ। ਜਦੋਂ ਜਾਲ ਭਰ ਜਾਂਦਾ ਹੈ ਤਾਂ ਮਛੇਰੇ ਉਸ ਨੂੰ ਕੰਢੇ ਉੱਤੇ ਖਿੱਚ ਲਿਆਉਂਦੇ ਹਨ। ਫਿਰ ਬੈਠ ਕੇ ਉਹ ਚੰਗੀਆਂ ਮੱਛੀਆਂ ਛਾਂਟ ਕੇ ਭਾਂਡਿਆਂ ਵਿੱਚ ਰੱਖ ਲੈਂਦੇ ਹਨ ਅਤੇ ਮਾੜੀਆਂ ਨੂੰ ਬਾਹਰ ਸੁੱਟ ਦਿੰਦੇ ਹਨ। ਯੁੱਗਾਂ ਦੇ ਅੰਤ ਵਿੱਚ ਠੀਕ ਇਸੇ ਤਰ੍ਹਾਂ ਹੋਵੇਗਾ। ਫਰਿਸ਼ਤੇ ਆਉਣਗੇ ਅਤੇ ਬੁਰੇ ਲੋਕਾਂ ਨੂੰ ਧਰਮੀਆਂ ਤੋਂ ਵੱਖ ਕਰਨਗੇ ਅਤੇ ਉਹਨਾਂ ਨੂੰ ਅੱਗ ਦੀ ਭਖਦੀ ਭੱਠੀ ਵਿੱਚ ਸੁੱਟ ਦੇਣਗੇ। ਉੱਥੇ ਲੋਕ ਰੋਣਗੇ ਅਤੇ ਆਪਣੇ ਦੰਦ ਪੀਹਣਗੇ। ਕੀ ਤੁਸੀਂ ਇਹ ਸਭ ਸਮਝ ਗਏ ਹੋ? ਉਹਨਾਂ ਨੇ ਉਸ ਨੂੰ ਕਿਹਾ, ਜੀ ਹਾਂ। ਉਸਨੇ ਅੱਗੋਂ ਉਹਨਾਂ ਨੂੰ ਕਿਹਾ, ਇਸ ਲਈ ਹਰ ਧਰਮ ਗ੍ਰੰਥੀ ਜਿਸ ਨੂੰ ਸਵਰਗਰਾਜ ਲਈ ਸਿੱਖਿਆ ਮਿਲੀ ਹੈ, ਉਹ ਘਰ ਦੇ ਉਸ ਮਾਲਕ ਵਾਂਗ ਹੈ ਜੋ ਆਪਣੇ ਖਜ਼ਾਨੇ ਵਿੱਚੋਂ ਕੀ ਨਵਾਂ ਅਤੇ ਕੀ ਪੁਰਾਣਾ ਸਭ ਬਾਹਰ ਲੈ ਆਉਂਦਾ ਹੈ। ਜਦੋਂ ਯਿਸੂ ਇਹ ਤਮਸੀਲਾ ਸੁਣਾ ਚੁੱਕਿਆ ਤਾਂ ਉਹ ਉੱਥੋਂ ਰਵਾਨਾ ਹੋਇਆ ਅਤੇ ਆਪਣੇ ਸ਼ਹਿਰ ਵਿੱਚ ਆਇਆ ਅਤੇ ਉਹਨਾਂ ਦੇ ਸਿਨਾਗੋਗਾਂ ਵਿੱਚ ਸਿੱਖਿਆ ਦਿੱਤੀ।
ਜਿਸ ਉੱਤੇ ਲੋਕ ਹੈਰਾਨ ਹੋਏ ਅਤੇ ਉਹਨਾਂ ਕਿਹਾ, ਇਸ ਆਦਮੀ ਨੂੰ ਇਹ ਗਿਆਨ ਕਿੱਥੋਂ ਮਿਲ ਗਿਆ ਅਤੇ ਇਹ ਮਹਾਨ ਕੰਮ ਕਿਵੇਂ ਕਰਦਾ ਹੈ? ਕਿ ਇਹ ਤਰਖਾਨ ਦਾ ਪੁੱਤ ਨਹੀਂ ਹੈ? ਕਿ ਇਸ ਦੀ ਮਾਂ ਦਾ ਨਾਮ ਮਰੀਅਮ ਨਹੀਂ? ਕਿ ਇਸ ਦੇ ਭਰਾ ਯਾਕੂਬ ਤੇ ਯੂਸਫ ਅਤੇ ਸ਼ਮੌਨ ਤੇ ਯਹੂਦਾ ਨਹੀਂ ਹਨ? ਕਿ ਇਸ ਦੀਆਂ ਸਭ ਭੈਣਾਂ ਇੱਥੇ ਸਾਡੇ ਕੋਲ ਨਹੀਂ ਹਨ? ਫਿਰ ਇਹ ਸਭ ਇਸ ਨੂੰ ਕਿੱਥੋਂ ਮਿਲ ਗਿਆ? ਉਹਨਾਂ ਉਸ ਦੇ ਸਬਬ ਠੋਕਰ ਖਾਧੀ। ਪਰ ਯਿਸੂ ਨੇ ਉਹਨਾਂ ਨੂੰ ਕਿਹਾ, ਨਬੀ ਦਾ ਹਰ ਥਾਂ ਆਦਰ ਹੁੰਦਾ ਹੈ ਸਿਵਾਏ ਉਸ ਦੇ ਆਪਣੇ ਦੇਸ਼ ਅਤੇ ਆਪਣੇ ਹੀ ਘਰ ਦੇ। ਉਸਨੇ ਲੋਕਾਂ ਦੀ ਨਿਹਚਾਹੀਨਤਾ ਦੇ ਕਾਰਨ ਉੱਥੇ ਬਹੁਤੇ ਚਮਤਕਾਰ ਨਾ ਕੀਤੇ।